थैंक यू फादर। प्रभु यीशु मसीह नासरी के नाम है पिता परमेश्वर तुहाडा धन्यवाद करदे अज दे दिन वास्ते, इस समय वास्ते, थोड़ी सस्टेनिंग पावर वास्ते फादर, थोड़ी हजूरी च आए सारिਆਂ ਦਾ मसीह यीशु की पवित्र हजूरी स्वागत करते हैं। मदद करो पवित्र आत्मा जी, इस मन को निष्कपट बनाओ ताकि पवित्रता च पिता परमेश्वर थोड़ी आराधना स्तुति हो सके। अपने मार्ग ते साडे पैरां नूं दृढ़ करो मसीह यीशु दे नाम नाल, आमीन। यहोवा तू अपना मार्ग दिखा, ऐ यहोवा तू अपना मार्ग दिखा, ऐ यहोवा मुझको तू अपने साथ चला, ऐ यहोवा मुझको तू अपने साथ चला, ऐ यहोवा तू उद्धार वाला परमेश्वर, ऐ यहोवा तू उद्धार वाला परमेश्वर, ऐ यहोवा अपनी ही बात में मुझको बहा, ऐ यहोवा अपनी ही बात में मुझको बहा, ऐ यहोवा, ऐ यहोवा। ऐ यहोवा अपनी दया और करुणा का स्मरण कर, ऐ यहोवा अपनी दया और करुणा का स्मरण कर, मेरे पापों और अपराधों को कभी ना स्मरण कर, मेरे पापों और अपराधों को कभी ना स्मरण कर। मेरे दुख और कष्ट पर तू अपनी ही दृष्टि करना, मेरे पापों को भी हर पल हर समय तू दूर ही रखना, ऐ यहोवा, ऐ यहोवा, ऐ यहोवा। मुझे दुश्मनों से छुड़ा ले और प्राणों की रक्षा कर, मुझे लज्जित ना होने दे, मैं हूँ तेरे ही शरणागत। खराई और सिधाई मुझे सुरक्षित सदा ही रखना, मेरी आशा बस तू अपने पर ही अब रखना, ऐ यहोवा, ऐ यहोवा तू अपना मार्ग दिखा, ऐ यहोवा मुझको तू अपने साथ चला, ऐ यहोवा
परमेश्वर यहोवा, अपनी ही बात में मुझको बहा यहोवा, 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 यहोवा। थैंक यू फादर। प्रभु यीशु मसीह नासरी के नाम ना, हे पिता परमेश्वर, ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਆਏ ਹਾਂ ਲਾਰਡ। ਮਦਦ ਕਰੋ, ਸਾਡੀ ਸਾਰਿਆਂ ਦੀ ਸਹਾਇਤਾ ਕਰੋ, ਸਾਡੀਆਂ ਕਮਜ਼ੋਰੀਆਂ 'ਚ ਤੁਸੀਂ ਸਾਡੇ ਸਹਾਇਕ ਬਣੋ। हे ਖੁਦਾਵੰਦ, ਇਸ ਟਾਈਮ ਤੇ ਤੁਸੀਂ ਜਾਣਦੇ ਹੋ ਸਾਡੀ ਆਤਮਾ ਨੂੰ ਕਿਸ ਵਚਨ ਦੀ, ਕਿਸ ਰੋਟੀ ਦੀ ਜ਼ਰੂਰਤ ਹੈ ਲਾਰਡ। ਸਾਨੂੰ ਦੀਨ ਆਤਮਾ ਦਿਓ, ਦੀਨਤਾ ਦਾ ਆਤਮਾ ਦਿਓ, ਤਾਂ ਕਿ ਵਚਨ ਨੂੰ ਗ੍ਰਹਿਣ ਕਰਕੇ ਇਹ ਜ਼ਿੰਦਗੀਆਂ ਬਦਲਣ ਔਰ ਤੁਹਾਡੇ ਨਾਮ ਦੀ ਮਹਿਮਾ ਹੋਏ, ਪ੍ਰਭੂ ਯੀਸ਼ੂ ਦੇ ਨਾਮ ਨਾਲ, ਆਮੀਨ। ਆਮੀਨ। ਪ੍ਰੇਜ਼ ਦੀ ਲਾਰਡ ਸਾਰਿਆਂ ਨੂੰ, ਸਾਰਿਆਂ ਦਾ ਪਰਮੇਸ਼ਵਰ ਦੇ ਇਸ ਪ੍ਰੋਗਰਾਮ ਜੀਸਸ ਇਜ਼ ਲਾਰਡ ਕ੍ਰੀਏਟਰ ਤੁਹਾਡਾ ਸਵਾਗਤ ਕਰਦੇ ਹਾਂ। ਅਸੀਂ ਹਰ ਰੋਜ਼ 12 ਵਜੇ ਟੋਰਾਂਟੋ ਤੋਂ ਤੁਹਾਡੇ ਵਾਸਤੇ ਪਰਮੇਸ਼ਵਰ ਦੇ ਵਚਨਾਂ ਨੂੰ ਲੈ ਕੇ ਪੇਸ਼ ਹੁੰਦੇ ਹਾਂ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਪਰਮੇਸ਼ਵਰ ਦੇ ਵਚਨਾਂ ਨੂੰ ਸਮਝ ਸਕਣ, ਪਰਮੇਸ਼ਵਰ ਦੇ ਵਚਨਾਂ ਨੂੰ ਜਾਣ ਸਕਣ। ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਜਿਹੜਾ ਪਰਮੇਸ਼ਵਰ ਹੈਗਾ ਉਹ ਹੀ ਇਜ਼ ਅ ਫੇਥਫੁਲ ਗॉड, ਹੀ ਇਜ਼ ਅ ਕੰਪੈਸ਼ਨੇਟ ਗॉड, ਹੀ ਇਜ਼ ਅ ਮਰਸੀਫੁਲ ਗॉड। ਉਹ ਦਿਆਲੂ ਪਰਮੇਸ਼ਵਰ ਨੇ, ਕਿਰਪਾਲੂ ਪਰਮੇਸ਼ਵਰ ਨੇ, ਸਾਡੇ ਤੇ ਦਇਆ ਕਰਨ ਵਾਲੇ ਪਰਮੇਸ਼ਵਰ ਨੇ। ਸਾਡੀ ਗਲਤੀਆਂ ਨੂੰ ਉਹ ਮਾਫ ਕਰਦੇ ਨੇ। ਕਿਉਂ? ਕਿਉਂਕਿ ਚਾਹੁੰਦੇ ਨੇ ਕਿ ਅਸੀਂ ਉਹਨਾਂ ਵਿੱਚ ਬਣੇ ਰਹੀਏ, ਤੇ ਨਾ ਕਿ ਸਿਰਫ ਬਣੇ ਰਹੀਏ ਬਟ ਵੀ ਆਰ ਟੂ ਬੀ ਫਰੂਟਫੁਲ ਇਨ ਹਿਮ। ਕਿਉਂਕਿ ਸਾਡਾ ਉਹਨਾਂ ਦੇ ਨਾਲ ਜਿਹੜਾ ਮੇਲ ਹੈਗਾ, ਉਹਦੇ ਨਾਲ ਸਾਨੂੰ ਉਹਨਾਂ ਦਾ ਸਮਝ ਆਉਣਾ ਚਾਹੀਦਾ ਹੈ ਕਿ ਸਾਡੇ ਤੋਂ ਕੀ ਚਾਹੁੰਦੇ ਨੇ। ਪਲੱਸ ਸਾਡੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ, ਸਾਡੀ ਸੋਚ ਹੀ ਤਬਦੀਲੀ ਆਉਣੀ ਚਾਹੀਦੀ ਹੈ, ਸਾਡੇ ਜੀਵਨ ਹੀ ਤਬਦੀਲੀ ਆਉਣੀ ਚਾਹੀਦੀ ਹੈ। ਤੇ ਫਿਰ ਉਹਨਾਂ ਦੀ ਗ੍ਰੇਸ ਦੇ ਨਾਲ, ਉਹਨਾਂ ਦੇ ਅਨੁਗ੍ਰਹ ਦੇ ਨਾਲ ਸਾਡੇ ਆਸ-ਪਾਸ ਵੀ ਤਬਦੀਲੀ ਆਏਗੀ। ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਕਿਵੇਂ ਅਸੀਂ ਜਿਹੜੀ ਆਪਣੀ ਸੰਸਾਰਿਕ ਸੋਚਾਂ ਨੂੰ, ਆਪਣੀ ਖੁਦ ਦੇ ਦਿਮਾਗ ਦੀ ਸੋਚਾਂ ਦੇ ਅਸੀਂ ਜੇ ਨਿਰਭਰ ਰਵਾਂਗੇ ਤੇ ਅਸੀਂ ਹਮੇਸ਼ਾ ਦੁਖੀ ਰਵਾਂਗੇ। ਪਰ ਜੇ ਅਸੀਂ ਰੂਹਾਨੀ ਸੋਚਾਂ ਤੇ ਰੂਹਾਨੀ ਗੱਲਾਂ ਦੇ ਨਾਲ ਆਪਣੇ ਆਪ ਨੂੰ ਜੋੜਾਂਗੇ ਤੇ ਆਪਾਂ ਕੀ ਹੈ, ਪਰਮੇਸ਼ਵਰ ਦੇ ਬਾਦਸ਼ਾਹ ਵਿੱਚ ਫਲਵੰਤ ਹੋਵਾਂਗੇ, ਪਰਮੇਸ਼ਵਰ ਦੇ ਨਾਲ ਜੁੜੇ ਰਹਾਂਗੇ, ਪਰਮੇਸ਼ਵਰ ਦੇ ਨਾਲ ਟਿਕੇ ਰਹਾਂਗੇ। ਅੱਜ ਦਾ ਜਿਵੇਂ ਮੈਂ ਫੇਸਬੁੱਕ ਤੇ ਰੋਜ਼ ਮੈਂ ਪਾ ਦੇਣਾ ਇੱਕ ਦਿਨ ਪਹਿਲੇ, ਅੱਜ ਦਾ ਜਿਹੜਾ ਟੌਪਿਕ ਹੈਗਾ ਪਰਮੇਸ਼ਵਰ ਦੇ ਵਚਨ ਵਿੱਚੋਂ, ਇਟ ਵਾਸ ਕੌਸ਼ਨ, ਚੇਤਾਵਨੀ। ਪਰ ਪਰਮੇਸ਼ਵਰ ਕੀ ਹੈ? ਪਰਮੇਸ਼ਵਰ ਹੀ ਇਜ਼ ਇਨ ਕੰਟਰੋਲ। ਤੇ ਅੱਜ ਸਵੇਰੇ ਕੁਝ ਐਸੀ ਗੱਲ ਹੋਈ ਕਿ ਪਰਮੇਸ਼ਵਰ ਨੇ ਉਹ ਚੇਤਾਵਨੀ ਨੂੰ ਬਦਲ ਕੇ ਗ੍ਰੇਸ ਆਫ ਗॉड, ਪਰਮੇਸ਼ਵਰ ਦੇ ਅਨੁਗ੍ਰਹ ਨਾਲ ਬਦਲਤਾ। ਉਹ ਆਪਾਂ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਕਿਵੇਂ ਬਦਲਤਾ। I will read a quote in English. It says, "We will become successful not because of our skill, but because of grace of God." ਅਸੀਂ ਜੇ ਜ਼ਿੰਦਗੀ 'ਚ ਕਾਮਯਾਬ ਹੋਵਾਂਗੇ, ਐਸ ਕਰਕੇ ਨਹੀਂ ਹੋਵਾਂਗੇ ਕਿ ਸਾਡੇ 'ਚ ਕਾਬਲੀਅਤ ਹੈਗੀ ਹੈ। ਅਸੀਂ ਸਿਰਫ ਕਿਉਂ ਕਾਮਯਾਬ ਹੋਵਾਂਗੇ? ਕਿਉਂਕਿ ਪਰਮੇਸ਼ਵਰ ਦਾ ਸਾਡੇ ਤੇ ਅਨੁਗ੍ਰਹ ਹੈਗਾ। ਹਿਸ ਮਰਸੀਜ਼ ਔਨ ਅਸ। ਇਹ ਯਾਦ ਰੱਖਣੀ ਚੀਜ਼ ਹੈ। ਬਹੁਤ ਘੱਟ ਲੋਕ ਹੈਗੇ ਨੇ, ਜਿਵੇਂ ਇੱਕ ਕੰਪਨੀ ਵਿੱਚ ਜੇ 10,000 ਬੰਦਾ ਕੰਮ ਕਰਦਾ ਹੈ, ਉਹਦੇ ਪ੍ਰੈਜ਼ੀਡੈਂਟ ਦਾ CEO ਇੱਕੋ ਹੁੰਦਾ, ਕੋਈ ਵਾਈਸ ਪ੍ਰੈਜ਼ੀਡੈਂਟ, ਮਤਲਬ ਉਹਦੇ ਤੇ ਮੁਸ਼ਕਿਲ ਨਾਲ ਟੌਪ ਦੇ 4 ਜਾਂ 5 ਜਾਂ 10 ਲੋਕ ਹੁੰਦੇ ਨੇ। ਪਰ ਕਿਆ ਤੁਸੀਂ ਸਮਝਦੇ ਹੋ ਉਹੀ 10 ਲੋਕ ਹੀ ਸਿਆਣੇ ਹੈਗੇ ਨੇ, ਬਾਕੀ ਜਿਹੜਾ ਆਪਣਾ 9,990 ਬੰਦੇ ਹੈਗੇ ਨੇ ਉਹ ਬੇਵਕੂਫ ਨੇ? ਨਹੀਂ, ਉਹਨਾਂ 'ਚ ਵੀ ਬਹੁਤ ਸਾਰੇ ਸਿਆਣੇ ਹੈਗੇ ਨੇ। ਪਰ ਪਰਮੇਸ਼ਵਰ ਕੀ ਹੈ? ਜਿੰਦੇ ਤੇ ਅਨੁਗ੍ਰਹ ਕਰਦਾ ਉਹਨੂੰ ਪਰਮੇਸ਼ਵਰ ਸਿਖਰ ਤੇ ਲੈ ਕੇ ਜਾਂਦਾ ਹੈ। ਅੱਜ ਮੈਂ ਜਿਵੇਂ ਆਪਣਾ ਅਨੁਗ੍ਰਹ ਦਾ ਵਚਨ ਆਇਆ ਤੇ ਮੈਂ ਤੁਹਾਡੇ ਨਾਲ ਇੱਕ ਕਿਸੇ ਦੇ ਜੀਵਨ ਦੇ ਬਾਰੇ ਸਾਂਝਾ ਕਰਨਾ ਚਾਹਾਂਗਾ। ਇਹ ਬੰਦੇ ਦਾ ਨਾਮ ਹੈਗਾ ਪੌਲ ਕਾਉਲੀ। ਇਹ ਇੰਗਲੈਂਡ ਤੋਂ ਹੈਗੇ ਨੇ। ਇਹਨਾਂ ਨੇ ਇੱਕ ਬੁੱਕ ਲਿਖੀ ਹੈ। ਬੁੱਕ ਦਾ ਟਾਈਟਲ ਹੈਗਾ ਦ ਥੀਫ, ਦ ਪ੍ਰਿਜ਼ਨਰ, ਦ ਸੋਲਜਰ, ਦ ਪ੍ਰੀਸਟ। ਚੋਰ, ਕੈਦੀ, ਸਿਪਾਹੀ ਤੇ ਪੁਜਾਰੀ।
ਪਰਮੇਸ਼ਵਰ ਦੀ ਗੱਲਾਂ ਕਰਨ ਵਾਲਾ ਪੁਜਾਰੀ, ਪ੍ਰਭੂ ਯਿਸੂ ਮਸੀਹ ਦੀ ਗੱਲਾਂ ਕਰਨ ਵਾਲਾ ਪੁਜਾਰੀ, ਮੰਦਰ ਦਾ ਪੁਜਾਰੀ ਨਹੀਂ। ਤੇ ਪਰਮੇਸ਼ਵਰ ਦੇ ਵਚਨ ਵਿੱਚ ਕਿਵੇਂ ਪਰਮੇਸ਼ਵਰ ਜਿੰਦੇ ਤੇ ਦਇਆ ਕਰਨਾ ਚਾਹੁੰਦਾ ਉਹਦੇ ਤੇ ਕਿਵੇਂ ਦਇਆ ਕਰਦਾ ਹੈ। ਜਦੋਂ ਅਸੀਂ ਬੜੀ ਬੁਰੀ ਤਰ੍ਹਾਂ ਜ਼ਿੰਦਗੀ ਦੇ ਵਿੱਚ ਭਟਕ ਜਾਂਦੇ ਆ ਤਾਂ ਵੀ ਪਰਮੇਸ਼ਵਰ ਦਾ ਅਨੁਗ੍ਰਹਿ ਜੇ ਸਾਡੇ ਤੇ ਹੁੰਦਾ ਹੈ ਤੇ ਪਰਮੇਸ਼ਵਰ ਸਾਨੂੰ ਕੀ ਹੈ, ਪਤਾਲ ਵਿੱਚੋਂ ਵੀ ਕੱਢ ਕੇ ਬਾਹਰ ਲੈ ਆਉਂਦਾ। ਇਹ ਬੰਦੇ ਦੀ ਜਿਹੜੀ ਆਪਣਾ ਜੀਵਨ ਦੀ ਕਥਾ ਹੈਗੀ ਹੈ, ਇਹ ਬਹੁਤ ਸਾਰੇ ਜਿਹੜੇ ਆਪਾਂ ਪਰਮੇਸ਼ਵਰ ਦੇ ਨਿਯਮ ਵਿੱਚ ਪੜ੍ਹਨੇ ਆ, ਜਿਹੜੇ ਪਰਮੇਸ਼ਵਰ ਦੇ ਆਪਣਾ ਮਗਰ ਚੱਲਣ ਵਾਲੇ ਹੋਏ, ਉਹਨਾਂ ਨੇ ਬਹੁਤ ਸਾਰੇ ਦੁੱਖ ਉਠਾਏ, ਪਰ ਪਰਮੇਸ਼ਵਰ ਨੇ ਉਹਨਾਂ ਨੂੰ ਵੀ ਨਹੀਂ ਛੋੜਿਆ ਸੀ। ਤੇ ਆਪਾਂ ਅੱਜ ਦੇਖਾਂਗੇ ਇਹਦੇ ਨਾਲ ਪਰਮੇਸ਼ਵਰ ਨੇ ਕਿਵੇਂ ਗੱਲਬਾਤ ਕੀਤੀ। ਤੇ ਇਹ ਜਿਹੜਾ ਪੌਲ ਸੀਗਾ, ਇਹਦੇ ਜਿਹੜੇ ਮਾਂ-ਬਾਪ ਸੀਗੇ, ਉਹ ਇੱਕ ਬਹੁਤ ਹੀ ਜਿਹੜੇ ਸੋਸਾਇਟੀ ਦੇ ਸਭ ਤੋਂ ਜਿਵੇਂ ਕਹਿੰਦੇ ਨਾ ਬੇਕਾਰ ਲੋਕਾਂ ਚੋਂ ਸੀਗੇ। ਕਿਉਂ? ਕਿਉਂਕਿ ਉਹਦੇ ਜਿਹੜੇ ਫਾਦਰ ਸੀਗੇ ਉਹ ਸ਼ਰਾਬੀ ਕਬਾਬੀ ਸੀਗੇ। ਲੋਕਾਂ ਨੂੰ ਧਮਕਾ, ਕਹਿੰਦਾ ਮੇਰਾ ਜਿਹੜਾ ਫਾਦਰ ਸੀਗਾ ਉਹ ਤਕਰੀਬਨ 6.5 ਫੁੱਟ ਤੋਂ ਉੱਚਾ ਸੀਗਾ, ਤੇ ਜਦੋਂ ਕਿਧਰੇ ਲੋਕਾਂ ਇਕੱਠੇ ਲੋਕਾਂ 'ਚ ਪੇਸ਼ ਹੁੰਦਾ ਸੀ ਤੇ ਲੋਕਾਂ ਨੂੰ ਸਾਰਾ ਬੜਾ ਇੰਪ੍ਰੈਸ਼ਨ ਹੁੰਦਾ ਸੀ ਵੀ ਕਿੱਡਾ ਤਕੜਾ ਬੰਦਾ ਹੈਗਾ। ਪਰ ਉਹ ਤਗੜਾ ਹੋਣ ਦੇ ਬਾਵਜੂਦ ਉਹਨਾਂ ਹੀ ਸ਼ਰਾਬੀ ਕਬਾਬੀ ਤੇ ਸਾਰੇ ਪੁੱਠੇ ਕੰਮ ਕਰਨ ਵਾਲਾ ਸੀਗਾ। ਉਹਦੀ ਜਿਹੜੀ ਵਾਈਫ ਸੀਗੀ, ਜਿਹੜੀ ਪੌਲ ਦੀ ਮਾਂ ਸੀਗੀ, ਉਹ ਵੀ ਉਹਦੇ ਤਰ੍ਹਾਂ ਹੀ ਅਯਾਸ਼ ਸੀਗੀ। ਤੇ ਉਹ ਜਦੋਂ ਪੇਟ ਹੀ ਸੀਗਾ ਤੇ ਉਹ ਕਿਧਰੇ ਪਾਰਟੀ ਮਨਾਉਂਦੇ ਪਏ ਸੀ ਤੇ ਕਿਸੇ ਨੇ ਇੱਕ ਆਪਣਾ ਫਾਇਰਵਰਕ ਕੀ ਕਹਿੰਦੇ ਨੇ ਪਟਾਕਾ ਸਿੱਟਿਆ। ਉਹ ਪਟਾਕਾ ਜਿਹੜਾ ਹੈਗਾ ਉਹ ਇਹਦੀ ਮਾਂ ਦੇ ਬਿਲਕੁਲ ਕੋਲ ਆ ਕੇ ਗਿਰਿਆ ਤੇ ਉਹਦਾ ਜਿਵੇਂ ਕਹਿੰਦੇ ਨਾ ਆਪਣਾ ਸਾਰਿਆਂ ਨੂੰ ਪਤਾ ਹੈ ਆਪਣਾ ਬੱਚਾ ਦਾ ਨਹੀਂ ਜਿਹੜਾ ਹੈਗਾ, ਬੱਚਾ ਜਿਹੜਾ ਹੁੰਦਾ ਇੱਕ ਪਾਣੀ ਦੇ ਉਹਦੇ ਵਿੱਚ ਗੁਬਾਰੇ 'ਚ ਹੁੰਦਾ, ਉਹਦਾ ਵਾਟਰ ਬਰਸਟ ਹੋ ਗਿਆ ਤੇ ਉਹਨੂੰ ਫਟਾਫਟ ਉਹ ਹਸਪੀਟਲ ਲੈ ਗਏ। ਹਸਪੀਟਲ ਲੈ ਗਏ ਤੇ ਇਹਦਾ ਪੌਲ ਦਾ ਜਨਮ ਹੋਇਆ। ਤੇ ਇਹਦਾ ਫਾਦਰ ਕਹਿੰਦਾ ਹੈਗਾ ਕਿਉਂਕਿ ਉਹ ਅਯਾਸ਼ ਸੀਗਾ, ਸ਼ਰਾਬੀ ਸੀਗਾ, ਸਾਰੇ ਪੁੱਠੇ ਕੰਮ ਕਰਦਾ ਸੀ, ਉਹਦੇ ਦਿਮਾਗ ਵਿੱਚ ਉਸ ਤਰ੍ਹਾਂ ਦਾ ਕੋਈ ਨਾਮ ਸੀਗਾ, ਮੈਨੂੰ ਨਾਮ ਭੁੱਲ ਗਿਆ ਉਹ। ਤੇ ਉਹ ਜਿਹੜਾ ਹਸਪੀਟਲ ਸੀਗਾ ਉਹ ਨਨਸ ਦਾ ਹਸਪੀਟਲ ਸੀਗਾ, ਕ੍ਰਿਸਚੀਅਨ ਹਸਪਤਾਲ ਸੀਗਾ। ਤੇ ਜਦੋਂ ਉਹਦੇ ਫਾਦਰ ਨੇ ਕਿਹਾ ਕਿ ਇਹਦਾ ਨਾਮ ਮੈਂ ਰੱਖਣਾ ਚਾਹੁੰਦਾ ਫਲਾਣਾ, ਤੇ ਉਹ ਕਹਿੰਦੇ ਨਹੀਂ, ਇਹ ਤਾਂ ਐਸ ਹਸਪਤਾਲ ਹੋਇਆ, ਇਹਦੇ ਨਾਂ ਅਸੀਂ ਬਾਈਬਲ ਵਿੱਚੋਂ ਹੀ ਰੱਖਾਂਗੇ ਕੋਈ। ਤੇ ਉਹਦਾ ਨਾਂ ਉਹਨਾਂ ਨੇ ਪੌਲ ਰੱਖਿਆ। ਜਿਵੇਂ ਨਵੇਂ ਨਿਯਮ ਵਿੱਚ ਨਿਊ ਟੈਸਟਾਮੈਂਟ ਵੀ ਜਿਹੜਾ 1/3 ਆਫ ਦੀ ਨਿਊ ਟੈਸਟਾਮੈਂਟ ਹੈਗਾ ਉਹ ਪੌਲ ਦਾ ਲਿਖਿਆ ਹੋਇਆ ਹੈਗਾ। ਤੇ ਜਦੋਂ ਇਹ ਵੱਡਾ ਹੋਇਆ ਤੇ ਰੋਜ਼ ਦੇਖਦਾ ਸੀ ਘਰੇ ਮਾਰ ਕੁਟਾਈ ਹੁੰਦੀ ਸੀ, ਪਿਓ ਸ਼ਰਾਬ ਪੀ ਕੇ ਆਉਂਦਾ ਸੀ, ਮਾਂ ਗਾਲਾਂ ਕੱਢਦੀ ਸੀ। ਇੱਕ ਦਿਨ ਜਦੋਂ ਉਹਨਾਂ ਦੇ ਆਪਸ ਵਿੱਚ ਲੜਾਈ ਹੋਈ ਤੇ ਪੌਲ ਵਿੱਚ ਆ ਗਿਆ ਕਿ ਆਪਣੇ ਲੜਾਈ ਛੁਡਾ ਸਕੇ, ਤੇ ਉਹਦੇ ਫਾਦਰ ਨੇ ਉਹਨੂੰ ਘਰੋਂ ਨਿਕਾਲਤਾ। ਹੁਣ ਘਰੋਂ ਨਿਕਾਲਤਾ, ਕਹਿੰਦਾ ਮੈਂ ਵੀ ਗੁੱਸੇ 'ਚ ਆ ਗਏ ਤੇ ਮੈਂ ਵੀ ਬੈਗ 'ਚ 4 ਕੱਪੜੇ ਪਾਏ ਤੇ ਮੈਂ ਪਿਓ ਨੂੰ ਕਿਹਾ ਵੀ ਮੈਂ ਤੁਹਾਡੇ ਘਰ ਨਹੀਂ ਰਹਿਣਾ ਚਾਹੁੰਦਾ, ਤੁਸੀਂ ਸਾਰਾ ਦਿਨ ਲੜਾਈ ਝਗੜਾ ਕਰਦੇ ਹੋ ਤੇ ਮੈਂ ਘਰ ਛੋੜ ਕੇ ਜਾ ਰਿਹਾ। ਉਹਦਾ ਕਹਿੰਦਾ ਮੈਂ ਛੱਡ ਕੇ ਬਾਹਰ ਆ ਗਿਆ। ਕਹਿੰਦਾ 200 ਮੀਟਰ ਤੱਕ ਗਿਆ ਤੇ ਮੈਂ ਸੋਚਿਆ ਕਿ ਮੈਂ ਜਾਣਾ ਕਿੱਥੇ ਹੈਗਾ, ਕਿਉਂਕਿ ਕਹਿੰਦਾ ਸਾਡੇ ਜਿਹੜਾ ਫਾਦਰ ਦੀ ਰੈਪੂਟੇਸ਼ਨ ਇੰਨੀ ਖਰਾਬ ਸੀਗੀ ਵੀ ਸਾਡਾ ਤਾਂ ਕੋਈ ਦੋਸਤ ਯਾਰ ਹੈਗਾ ਹੀ ਨਹੀਂ ਸੀ ਜਿਹੜਾ ਮੇਰੀ ਮਦਦ ਕਰ ਸਕੇ। ਤੇ ਕਈ ਦਿਨ ਉਹ ਸੜਕਾਂ ਤੇ ਰਿਹਾ। ਫਿਰ ਇੱਕ ਦਿਨ ਉਹ ਜਦੋਂ ਸੁੱਤਾ ਪਿਆ ਸੀ ਆਪਣਾ ਸਰਦੀ ਦੇ ਵਿੱਚ, ਤੇ ਕਿਸੇ ਨੇ ਆ ਕੇ ਉਹਨੂੰ ਜਗਾਇਆ, ਉਹਨੂੰ ਕੱਪ ਚਾਹ ਦਾ ਦਿੱਤਾ ਤੇ ਉਹਨੂੰ ਆਪਣੇ ਨਾਲ ਘਰ ਲੈ ਗਿਆ। ਪਰ ਉਹ ਜਿਹੜਾ ਬੰਦਾ ਸੀ ਉਹ ਵੀ ਉਹਦੇ ਪਿਓ ਦੇ ਆਪਣਾ ਸੁਭਾਅ ਦਾ ਬੰਦਾ ਸੀ, ਉਹ ਵੀ ਚੋਰੀ ਡਕੈਤੀਆਂ ਕਰਨ ਵਾਲਾ ਬੰਦਾ ਸੀ। ਹੁਣ ਪਾਲ ਕਹਿੰਦਾ ਜੀ ਕਿਉਂਕਿ ਮੇਰਾ ਮਾਹੌਲ ਹੀ ਉਸ ਤਰ੍ਹਾਂ ਦਾ ਸੀਗਾ, ਮੈਂ ਵੀ ਉਸ ਤਰ੍ਹਾਂ ਦਾ ਜੀਵਨ ਸ਼ੁਰੂ ਕਰਤਾ। ਉਹਨੇ ਵੀ ਕਦੀ ਕਿਸੇ ਵੇਅਰ ਹਾਊਸ ਹੀ ਚੋਰੀ ਕੀਤੀ, ਕਦੀ ਕਿਤੇ ਡਾਕਾ ਮਾਰਿਆ ਤੇ ਕੰਮ ਸ਼ੁਰੂ ਕਰਤੇ ਉਹਨੇ ਵੀ। ਉਹ ਕਹਿੰਦਾ ਪਰ ਮੈਨੂੰ ਪਤਾ ਨਹੀਂ, ਹਮੇਸ਼ਾ ਆਮ ਤੌਰ ਤੇ ਜਦੋਂ ਵੀ ਅਸੀਂ ਫੜੇ ਜਾਂਦੇ ਸੀ, ਜਿਹੜੇ ਪਕੜੇ ਜਾਣ ਵਾਲੇ ਚੋਂ ਕਹਿੰਦਾ ਮੈਂ ਜ਼ਰੂਰ ਹੁੰਦਾ ਸੀ। ਤੇ ਇੱਕ ਵਾਰੀ ਉਹਨੂੰ ਫੇਰ ਕੀ ਕਹਿੰਦੇ ਨੇ, ਉਹ ਵੱਡਾ ਉਹਨਾਂ ਨੇ ਕੋਈ ਕੰਮ ਕੀਤਾ ਤੇ ਉਹਨੂੰ ਉਹਨਾਂ ਨੇ ਆਪਣਾ 10 ਸਾਲ ਵਾਸਤੇ ਜੇਲ੍ਹ ਵਿੱਚ ਬੰਦ ਕਰਤਾ ਉਹਨੂੰ। ਕਹਿੰਦਾ ਜਦੋਂ ਜੇਲ੍ਹ ਵਿੱਚ ਛੁੱਟਿਆ ਤੇ ਫਿਰ ਮੈਂ ਫਿਰ ਸੜਕ ਤੇ ਆ ਗਿਆ, ਪਰ ਮੈਂ ਮਨ ਵਿੱਚ ਸੋਚਿਆ ਮੈਂ ਦੁਬਾਰਾ ਉਸ ਪਾਸੇ ਨਹੀਂ ਜਾਣਾ, ਕਿਉਂਕਿ ਮੈਂ ਜਦੋਂ ਵੀ ਉਸ ਬੰਦੇ ਦੇ ਆਪਣਾ
जाके अपना ग्रुप ज्वाइन करना, मैं फिर अपना उही अपना तकलीफ विच आ जाना। तो उन्हें की कहते ने एक वैन चलानी शुरू करती। एक हुण परमेश्वर दे काम देखो, परमेश्वर जिहड़ा हैगा उनकी योजना सानू नहीं समझ आती, पर परमेश्वर जिवें मूवी चलती है ना, मूवी जी तो आम तौर पर आपां नूं पता होंदा है भी आम तौर पर हर सारी मूवी एक तरह की बनदियां ने, पर इहदे जीवन की मूवी बिल्कुल अलग हैगी है। यह कहंदा एक दिन मैं अपनी वैन चला के डिलीवरी कर रहा सी, तो उन्हें एक पोस्टर देखा। पोस्टर उन्होंने की दिखाया भी 2 आर्मी की वर्दी पाए हुए जवान खड़े ने ते पिछे पहाड़ हैगे ने, ते थले लिखिया सी भी जे तुसी इस तरह का जीवन बिताना चाहते हो तो आके सानू मिलो। थले आर्मी कैंप का एड्रैस लिखिया सी। ते पॉल कहता मैं चला गया, मैं जाके कहा भी मैं थोड़ा पोस्टर देखा जिंदे 2 जवान की कहते हट्टे कट्टे जवान वर्दी पाई हुई बड़ी सुंदर, तो वो अपना स्की करते हो थले आते ने माउंटेन तो, ते मैं भी शामिल होना चाहना। तो जो उन्होंने पॉल की हिस्टरी सुनी, तो जरा गल करने वाला ऑफिसर सीगा, वो कहता भी अज तो नहीं रख सकते, तू फेर आई। पॉल 6 महीने तक हर महीने चला जाता सी उस अफसर नूं मिलन। वो अफसर हमेशा सारी गल सुन के यो कहता सी यार अज नहीं तू फेर आई। तो पॉल कहते ऐतकी जाके उन्हें मैं पहले पूछया भी तू हर दफा मैनू कह देना है भी अज नहीं तू फेर आई, तो मैं इस तो पहले कि आप सारी गलबात शुरू करिए, तेन पता तू हुण मैनू जानना है, मैं तेनू जानना है क्योंकि मैं तेरे को पीछे 6-7 बारी आ चुका। तो तू की सोचा मेरे बारे? वो कहते भी अज तेरा दिन हैगा। उनका दिन किवें सी? हर चीज़ नूं की है आप बहुत बारी जो साडी जिंदगी उतार चढ़ाव आते ने, असी अपना पेशेंस खो बैठने। असी चाहते कि परमेश्वर हुणे सब कुछ कर देवे, पर यह बंदा तो रब नूं जानदा ही नहीं सी, चोर उचक्का सी। पर उन्हें अपना अफसर उन्होंने कहता है बई तू 6 महीने तो साढ़े कोल आ रहे हैं, तो वी वर वॉचिंग योर लाइफ, तू किधर ड्रग डीलर तो नहीं है, तू चोरी चक्या चोर चक्का तो नहीं है। हुण 6 महीने तक क्योंकि तेरी जिंदगी असी देखी है, वी वर हैविंग विजिलेंस ओवर यू, तो तेरा जिंदगी बड़ी अच्छी है रही है। तो अपना मतलब एक मेहनती बंदा है, वैन चलाना है, रोटी रोटी खाना है, तो बस। तो उन्होंने उन्होंने अपना क्या भी अज तेनों असी आर्मी विच रिक्रूट कर दें, भावें तेरा अज जेल का रिकॉर्ड है, पर असी तेरा पिछले 6 महीने का रिकॉर्ड ठीक देखा है। चलो अपना कहना मैं अपना हुण पहले चोर सीगा, फिर कैद ही रहा, हुण वो सोल्जर बन गया। तीजा हिस्सा पूरा हो गया। 14 साल वो की कहते ने उन्हें फौज की नौकरी की। 14 साल उन्हें 2 बारी शादी की, दोनों बारी उनका डाइवोर्स हो गया। हुण डाइवोर्स का कारण की सी? वो कहता मैं रिस्पोंसिबिलिटी लैन का मैनू आदत ही नहीं सी, कि जो शादी होंदी तो जिम्मेवारियां आंदियां ने। कहना मैनू रिलेशनशिप की भी आदत नहीं सी, क्योंकि सारी उम्र मैं की कहते ने कला ही रहा। मैं कोई रिलेशनशिप अपने माँ बाप की भी नहीं देखी, तो मैं रिलेशनशिप जानता नहीं सी। मैं तो कोई लड़की देखी, उन्हें मन देखा, चलो गलबात की, शादी कर ली, 1-2 साल शादी चली, डाइवोर्स हो गया। तो 2 दी शादियां टुट गई। तीसरी बार उन्हें एक और लड़की मिली, वो कहता मैं 18 महीने तक उन्हें तो छुपा के रखा। वो ये समझती सी कि है बिल्कुल अनमैरिड है। फिर उन्होंने सारे उन्होंने बयान किया भी इस तरह करके मेरा यह लाइफ की हिस्टरी है। तो लेडी चर्च भी जाती सी, पर वैसे वो दुनिया के विच ही सी, पर वो नाम मात्र चर्च जाती सी। तो उस चर्च इनू पॉल काउली नू एक औरत मिली जिहड़ी कि प्रिजन मिनिस्ट्री करती सी। हुण ध्यान नाल समझना भी जो तो पैदा होया इस टाइम है बंदे की उम्र 47 ईयर्स हैगी है, पर परमेश्वर उन्होंने जो पैदा होया सी उदों भी जानता सी, जो चोर सी उदों भी जानता सी,
ਜਦੋਂ ਜੇਲ੍ਹ ਵਿੱਚ ਸੀਗਾ ਉਦੋਂ ਵੀ ਜਾਣਦਾ ਸੀ, ਜਦੋਂ ਆਰਮੀ 'ਚ ਭਰਤੀ ਹੋ ਗਿਆ ਉਦੋਂ ਵੀ ਜਾਣਦਾ ਸੀ। ਤੇ ਇਸ ਕਰਕੇ ਜੇ ਕਈ ਲੋਕ ਜਿਹੜੇ ਕਹਿੰਦੇ ਅਸੀਂ ਤਾਂ ਰੱਬ ਨੂੰ ਅੱਜ ਮਿਲੇ ਆ, ਨਹੀਂ, ਤੁਹਾਡੀ ਸੋਚ ਨਾਲ ਤੁਸੀਂ ਅੱਜ ਮਿਲੇ ਹੋ, ਪਰ ਪਰਮੇਸ਼ਵਰ ਨੇ ਤਾਂ ਤੁਹਾਨੂੰ ਤੁਹਾਡੇ ਮਾਂ ਦੇ ਕੋਖ ਵਿੱਚ ਪੈਦਾ ਕੀਤਾ ਸੀ। ਪਰਮੇਸ਼ਵਰ ਤੁਹਾਨੂੰ ਉਦੋਂ ਦਾ ਜਾਣਦਾ ਹੈ। ਤੇ ਇਹ ਲੇਡੀ ਉਹ ਇਹ ਕਾਉਲੀ ਨੂੰ, ਪੌਲ ਨੂੰ ਇੱਕ ਪ੍ਰਿਜ਼ਨ ਲੈ ਗਈ। ਉਹ ਪ੍ਰਿਜ਼ਨ ਮਿਨਿਸਟਰੀ ਕਰਦੀ ਸੀ। ਉਹ ਕਹਿੰਦੀ ਹੈ ਵੀ ਤੂੰ ਆਪਣਾ ਕੀ ਕਹਿੰਦੇ ਨੇ ਸਾਰੇ ਹਾਲਾਤਾਂ ਤੋਂ ਨਿਕਲਿਆ, ਮੈਂ ਚਾਹੁੰਦਾ ਕਿ ਮੇਰੇ ਨਾਲ ਤੂੰ ਲੋਕਾਂ ਦੀ ਮਦਦ ਕਰ, ਲੋਕਾਂ ਨੂੰ ਆਪਣਾ ਦੱਸ ਕਿ ਪਰਮੇਸ਼ਵਰ ਦੇ ਬਾਰੇ। ਲੋ ਜੀ, ਉਹ ਪ੍ਰਿਜ਼ਨ ਪਾਸਟਰ ਬਣ ਗਿਆ। ਪਰ ਉਹਦਾ ਜਿਹੜਾ ਸੋਚ ਸੀ ਕਿ ਕਈ ਵਾਰ ਅਸੀਂ ਪਰਮੇਸ਼ਵਰ ਕੋਲ ਆ ਕੇ ਪਰਮੇਸ਼ਵਰ ਤੋਂ ਦੂਰ ਹੁੰਨੇ ਆ, ਉਹਦੀ ਸਾਰੀ ਜਿਹੜੀ ਸੋਚ ਸੀਗੀ ਉਹ ਜ਼ਿਆਦਾ ਵਰਲਡਲੀ ਸੋਚ ਸੀ। ਤੇ ਇੱਕ ਦਿਨ ਉਹ ਲੇਡੀ ਉਹਨੂੰ ਕਹਿੰਦੀ ਹੈ ਵੀ ਅਸੀਂ ਚਾਹੁੰਦੇ ਆ ਕਿ ਤੈਨੂੰ ਬਾਈਬਲ ਦਾ ਕੋਰਸ ਕਰਾਈਏ। ਉਹ ਕਹਿੰਦਾ ਮੈਨੂੰ ਕੋਰਸ ਦੀ ਕੀ ਲੋੜ ਹੈ, ਮੈਂ ਤਾਂ ਸਾਰੀ ਦੁਨੀਆ ਵਾਹੀ ਹੋਈ ਹੈ, ਮੈਂ ਜੇਲ੍ਹ ਵਿੱਚ ਰਿਹਾ, ਮੈਂ ਚੋਰੀਆਂ ਵੀ ਕੀਤੀਆਂ ਨੇ, ਮੈਂ ਆਪਣਾ ਕੀ ਕਹਿੰਦੇ ਨੇ 14 ਸਾਲ ਮੈਂ ਕੱਟੇ ਨੇ ਉਹਦੇ ਵਿੱਚ, ਕੀ ਕਹਿੰਦੇ ਨੇ ਆਰਮੀ 'ਚ। ਆਰਮੀ ਤਾਂ ਬੜੇ ਸਾਰੇ ਪ੍ਰੋਗਰਾਮ ਹੁੰਦੇ ਨੇ। ਉਹ ਕਹਿੰਦੇ ਤੂੰ ਇਹ ਵੀ ਪ੍ਰੋਗਰਾਮ ਕਰ ਲੈ। ਕਹਿੰਦਾ ਮੈਂ ਸੋਚਿਆ ਵੀ ਜਿੱਥੇ ਇੰਨੇ ਪ੍ਰੋਗਰਾਮ ਕੀਤੇ ਹੁੰਦੇ ਉੱਥੇ ਇਹ ਪ੍ਰੋਗਰਾਮ ਵੀ ਕਰ ਲੈਂਦਾ। ਪਰ ਜਦੋਂ ਉਹਨੇ ਪ੍ਰੋਗਰਾਮ ਕੀਤਾ, ਉਹਨੂੰ ਪਰਮੇਸ਼ਵਰ ਦੀ ਸੱਚਾਈ ਪਤਾ ਲੱਗੀ, ਤੇ ਉਹਨੇ ਵਾਈਫ ਨੇ, ਮੈਂ ਤੁਹਾਨੂੰ ਇੱਕ ਇਨ ਬਰੀਫ ਦੱਸਦਾ, ਮੈਂ ਤੁਹਾਨੂੰ ਬਾਅਦ ਵਿੱਚ ਆਈ ਵਿਲ ਟੈਲ ਯੂ ਹਿਸ ਵੈਬਸਾਈਟ ਆਲਸੋ। ਤੇ ਉਹਨੇ ਆਪਣਾ ਜੀਵਨ ਪਰਮੇਸ਼ਵਰ ਨੂੰ ਦੇਤਾ। ਤੇ ਹੁਣ ਉਹ ਤੇ ਉਹਦੀ ਵਾਈਫ ਪ੍ਰਿਜ਼ਨ ਮਿਨਿਸਟਰੀ ਕਰਦੇ ਨੇ ਮੈਨਚੈਸਟਰ ਵਿੱਚ, ਇੰਗਲੈਂਡ ਵਿੱਚ। ਤੇ ਦੱਸਣ ਦਾ ਕੀ ਉਦੇਸ਼ ਹੈ, ਜਿਵੇਂ ਮੈਂ ਸ਼ੁਰੂ ਵਿੱਚ ਪੜ੍ਹਿਆ ਕਿ ਵੀ ਆਰ ਨਾਟ ਸਕਸੈਸਫੁਲ ਬਿਕੋਜ਼ ਆਫ ਆਵਰ ਸਕਿਲਸ, ਇਟ ਇਜ਼ ਓਨਲੀ ਦ ਗ੍ਰੇਸ ਆਫ ਗॉड ਵਿਚ ਮੇਕਸ ਅਸ ਸਮਥਿੰਗ। ਜਿਹੜੇ ਅਜੇ ਵੀ ਪ੍ਰਭੂ ਯਿਸੂ ਮਸੀਹ ਤੋਂ ਦੂਰ ਹੈਗੇ ਨੇ, ਉਹਨਾਂ ਵਾਸਤੇ ਖਾਸ ਸੰਦੇਸ਼ ਹੈ ਕਿ ਤੁਸੀਂ ਇਹ ਨਾ ਸੋਚੋ ਕਿ ਅੱਜ ਜੇ ਤੁਸੀਂ ਕਿਸੇ ਸਟੇਟਸ ਤੇ ਹੈਗੇ ਹੋ ਉਹ ਤੁਸੀਂ ਆਪਣੇ ਅਕਲਮੰਦੀ ਨਾਲ ਆ ਗਏ ਹੋ। ਤੁਹਾਡੇ ਨਾਲ ਦੇ ਹੋਰ ਬੜੇ ਅਕਲਮੰਦ ਸਟੂਡੈਂਟ ਹੋਣਗੇ ਜਿਹੜੇ ਤੁਸੀਂ 1 ਨੰਬਰ ਤੇ ਆ ਗਏ, ਦੂਜੇ 2 ਜਾਂ 3 ਨੰਬਰ ਤੇ ਰਹਿ ਗਏ। ਪਰ ਜੇ ਪਰਮੇਸ਼ਵਰ ਦੀ ਨਿਗਾਹ ਤੁਹਾਡੇ ਤੇ ਹੈਗੀ ਹੈ, ਪਰਮੇਸ਼ਵਰ ਨੇ ਤੁਹਾਨੂੰ ਅੱਜ ਤੱਕ ਸੰਭਾਲਿਆ ਹੋਇਆ। ਤੁਹਾਡੀ ਆਪਣੀ ਚਲਾਕੀ ਨੇ, ਤੁਹਾਡੀ ਆਪਣੀ ਸਮਝਦਾਰੀ ਨੇ ਸੰਭਾਲਿਆ ਹੋਇਆ। ਤੇ ਉਹਦੀ ਮਿਨਿਸਟਰੀ ਦਾ ਨਾਮ ਹੈਗਾ caringforoffenders.org। ਓਫੈਂਡਰ ਕਹਿੰਦੇ ਨੇ ਜਿਹੜੇ ਕਿ ਸੋਸਾਇਟੀ ਦੇ ਖਿਲਾਫ ਜਿਹੜੇ ਚੋਰ ਡਾਕੂ ਲੁਟੇਰੇ ਹੁੰਦੇ ਨੇ। ਤੇ caringforoffenders.org ਕਹਿਣ ਦਾ ਮਤਲਬ ਕੀ ਹੈਗਾ ਕਿ ਪਰਮੇਸ਼ਵਰ ਸਾਨੂੰ ਹਮੇਸ਼ਾ ਸਾਡੇ ਨਾਲ ਹੈਗਾ। ਉਹ ਅਲੱਗ-ਅਲੱਗ ਸਮੇਂ ਤੇ ਸਾਡੀ ਮਦਦ ਕਰਦਾ ਹੈ। ਉਹ ਫਿਰ ਸਾਨੂੰ ਮੌਕਾ ਦਿੰਦਾ, ਜਿਵੇਂ ਇਹ ਤੁਹਾਨੂੰ ਮੌਕਾ ਹੈਗਾ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ, ਕਿ ਤੁਸੀਂ ਉਹਨਾਂ ਨੂੰ ਜਾਣ ਸਕੋ। ਜੇ ਤੁਸੀਂ ਸਾਡਾ ਪ੍ਰਚਾਰ ਸੁਣਦੇ ਹੋ ਅਕਸਰ ਤੇ ਉਹਨਾਂ ਨੂੰ ਅਜੇ ਵੀ ਤੁਸੀਂ ਨਹੀਂ ਜਾਣਦੇ, ਤੇ ਅੱਜ ਦਾ ਦਿਨ ਹੈਗਾ ਜਦੋਂ ਤੁਸੀਂ ਪਰਮੇਸ਼ਵਰ ਨੂੰ ਪਹਿਚਾਨੋ। ਪਰਮੇਸ਼ਵਰ ਦੀ ਗੱਲਾਂ ਤਾਂ ਤੁਸੀਂ ਬਹੁਤ ਸੁਣ ਲਈਆਂ, ਪਰ ਜੇ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਤੇ ਗੱਲਾਂ ਵਿੱਚ ਮਿਠਾਸ, ਇਹ ਗੱਲਾਂ ਵਿੱਚ ਅਸਰ, ਇਹ ਗੱਲਾਂ ਦਾ ਫਾਇਦਾ ਉਦੋਂ ਹੀ ਹੋਏਗਾ ਕਿ ਜਦੋਂ ਕਿ ਤੁਸੀਂ ਪਰਮੇਸ਼ਵਰ ਨੂੰ ਆਪਣਾ ਜੀਵਨ ਦਿਓਗੇ। ਆਪਾਂ ਵੀ ਵਿਲ ਰੀਡ Psalm 139, 23, 24। जी। हे परमेश्वर, मुझे जांच कर जान ले, मुझे परख कर मेरी चिंताओं को जान ले, और देख कि मुझ में कोई बुरी चाल है कि नहीं, और अनंत के मार्ग में मेरी अगुवाई कर। वो कहता सर्च मी गॉड एंड नो माई हार्ट। ਇਹਦਾ ਕੀ ਮਤਲਬ ਹੈ ਕਿ ਆਪਾਂ ਕਹਿੰਦੇ ਆ ਕਿ ਆਪਾਂ ਚੀਜ਼ਾਂ ਛੁਪਾ ਕੇ ਕੰਮ ਕਰਦੇ ਆ, ਸਾਡੇ ਦਿਲ ਨੂੰ ਕੋਈ ਨਹੀਂ ਜਾਣਦਾ, ਅਸੀਂ ਸੋਚਦੇ ਆ। ਪਰ ਉਹ ਕੀ ਕਹਿੰਦਾ, ਸਰਚ ਮਾਈ ਹਾਰਟ। ਪਰਮੇਸ਼ਵਰ ਸਾਨੂੰ ਅੰਦਰੋਂ ਬਾਹਰੋਂ ਜਾਣਦੇ ਨੇ। ਟੈਸਟ ਮੀ ਐਂਡ ਨੋ ਮਾਈ ਐਂਸ਼ੀਅਸ ਥਾਟਸ।
ਸਾਡੀ ਜਿਹੜੀਆਂ ਸੋਚਾਂ ਹੁੰਦੀਆਂ ਨੇ ਜਿਹੜੇ ਸਾਨੂੰ ਪਰੇਸ਼ਾਨ ਕਰਦੀਆਂ ਨੇ, ਪਰਮੇਸ਼ਰ ਉਹਨਾਂ ਨੂੰ ਵੀ ਜਾਣਦੇ ਨੇ। ਜਿਹੜੀਆਂ ਸਾਡੀ ਸੋਚਾਂ ਸਾਨੂੰ ਸ਼ਾਂਤੀ ਦੇਣ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਜਾਣਦੇ ਨੇ। See if there is any offensive way in me and lead me in the way of everlasting। everlasting way ਕਿੰਦਾ ਹੈਗਾ? ਪਿਤਾ ਪਰਮੇਸ਼ਵਰ ਦਾ ਹੈਗਾ। ਇਸ ਕਰਕੇ ਆਪਣੇ ਆਪ ਨੂੰ ਤੁਸੀਂ ਕਦੀ ਇਕੱਲਾ ਨਾ ਸਮਝਣਾ, ਕਦੀ ਇਹ ਨਾ ਸੋਚਣਾ ਜੇ ਮੰਨ ਲਓ ਅੱਜ ਤੁਸੀਂ ਕਿਸੇ ਕਠਿਨ ਘੜੀ ਤੋਂ ਨਿਕਲ ਰਹੇ ਹੋ, ਕੋਈ ਬਿਮਾਰੀ ਤੋਂ ਨਿਕਲ ਰਹੇ ਹੋ, ਕਿਸੇ ਪਰੇਸ਼ਾਨੀ 'ਚ ਹੈਗੇ ਹੋ, ਭਾਵੇਂ ਬੱਚੇ ਦੀ ਪਰੇਸ਼ਾਨੀ ਹੈ, ਭਾਵੇਂ ਹਸਬੈਂਡ ਦੀ, ਕਿਸੇ ਦੀ ਪਰੇਸ਼ਾਨੀ ਹੈਗੀ ਹੈ, ਜਦੋਂ ਤੁਸੀਂ ਜਾ ਕੇ ਪਰਮੇਸ਼ਵਰ ਦੇ ਘੁਟਨੇ ਟੇਕਦੇ ਹੋ ਤੇ ਪਰਮੇਸ਼ਵਰ ਕੋਲ ਰਸਤੇ ਦੀ ਪੁੱਛਦੇ ਹੋ ਕਿ ਪਰਮੇਸ਼ਵਰ ਤੂੰ ਮੇਰੇ ਦਿਲ ਨੂੰ ਜਾਂਚ, ਮੇਰੇ ਅੰਦਰ ਜਿਹੜੀ ਬੁਰਾਈ ਹੈਗੀ ਮੈਂ ਉਹਦੇ ਤੋਂ ਛੁਟਕਾਰਾ ਪਾਉਣਾ ਚਾਹਨਾ, ਮੈਂ ਉਸ ਰਸਤੇ ਚੱਲਣਾ ਚਾਹਨਾ ਜਿਹੜਾ ਤੇਰਾ ਰਸਤਾ ਹੈ, ਪਰ ਮੈਨੂੰ ਪਤਾ ਨਹੀਂ ਤੇਰਾ ਰਸਤਾ ਕੀ ਹੈਗਾ। ਜੇ ਰਸਤਾ ਪਤਾ ਹੈ ਤੇ ਮੈਂ ਚੱਲ ਨਹੀਂ ਪਾਉਂਦਾ। ਸਿਰਫ ਆਪਾਂ ਨੂੰ ਸਾਡਾ ਪਰਮੇਸ਼ਵਰ ਕੀ ਹੈ? ਹੀ ਇਜ਼ ਜਸਟ ਅ ਕਾਲ ਅਵੇ। Why? Because Bible says, I will never leave you nor forsake you. I am the same yesterday, today and forever. ਇਸ ਕਰਕੇ ਅੱਜ ਤੁਸੀਂ ਜਿਸ ਵੀ ਤਕਲੀਫ ਵਿੱਚ ਹੈਗੇ ਹੋ, ਜਿਸ ਵੀ ਪਰੇਸ਼ਾਨੀ 'ਚ ਹੈਗੇ ਹੋ, ਰੱਬ ਨੂੰ ਕਹੋ, ਰੱਬਾ ਸਰਚ ਮਾਈ ਹਾਰਟ, ਸ਼ੋ ਮੀ ਦਾ ਵੇ, ਟੀਚ ਮੀ ਦਾ ਵੇ, ਵਿਚ ਵੇ ਦੀ ਐਵਰਲਾਸਟਿੰਗ ਵੇ, ਜਿਹੜਾ ਕਿ ਪ੍ਰਭੂ ਯਿਸੂ ਮਸੀਹ ਨੇ ਆਪਾਂ ਨੂੰ ਵਾਅਦਾ ਕੀਤਾ ਹੈਗਾ। God has a purpose for your pain। ਜੇ ਤੁਹਾਡੀ ਜ਼ਿੰਦਗੀ 'ਚ ਅੱਜ ਕੋਈ ਤਕਲੀਫ ਹੈਗੀ ਹੈ, ਉਹਦੇ ਪਿੱਛੇ ਪਰਮੇਸ਼ਵਰ ਦਾ ਇੱਕ ਕਾਰਨ ਹੈਗਾ। A reason for your struggle। ਜਿਹੜੀ ਤੁਸੀਂ ਮੁਸ਼ਕਲਾਂ ਤੋਂ ਨਿਕਲ ਰਹੇ ਹੋ ਉਹ ਪਰਮੇਸ਼ਵਰ ਦੇ ਸਾਹਮਣੇ ਹੈਗੀਆਂ ਨੇ। And a gift for your faithfulness। Don't give up। ਤੇ ਜੇ ਤੁਸੀਂ ਪਰਮੇਸ਼ਵਰ ਨਾਲ ਲੱਗੇ ਰਹੋਗੇ ਤੇ ਪਰਮੇਸ਼ਵਰ ਕੋਲ ਤੁਹਾਡੇ ਵਾਸਤੇ ਇੱਕ ਤੋਹਫਾ ਵੀ ਹੈਗਾ, ਗਿਫਟ ਵੀ ਹੈਗਾ। ਉਹ ਗਿਫਟ ਕੀ ਹੈ? ਹਮੇਸ਼ਾ ਉਹਨਾਂ ਨਾਲ ਸਾਥ, ਐਵਰਲਾਸਟਿੰਗ ਗॉड ਵਿਦ ਲਾਈਫ ਵਿਦ ਹਿਮ। ਉਧਾਰ, ਸਾਲਵੇਸ਼ਨ ਪਰਮੇਸ਼ਵਰ ਦਿੰਦਾ ਹੈ। ਆਪਾਂ ਪੜਾਂਗੇ जेम्स 5:19। हे मेरे भाइयों, यदि तुम में कोई सत्य के मार्ग से भटक जाए और कोई उसको फेर लाए, तो वह ये जान ले कि जो कोई किसी भटके हुए पापी को फेर लाएगा, वह एक प्राण को मृत्यु से बचाएगा और अनेक पापों पर पर्दा डालेगा। ਇਸ ਕਰਕੇ ਜੇ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜਾ ਭਟਕਿਆ ਹੋਇਆ, ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜਾ ਠੀਕ ਰਸਤੇ ਤੇ ਨਹੀਂ ਹੈਗਾ, ਤੁਹਾਡਾ ਫਰਜ਼ ਬਣਦਾ ਹੈ ਕੋਸ਼ਿਸ਼ ਕਰੋ ਇੱਕ ਉਹਦੇ ਵਾਸਤੇ, ਉਹਨੂੰ ਪਰਮੇਸ਼ਵਰ ਦਾ ਅਨੁਗ੍ਰਹਿ ਦਾ ਵਚਨ ਦਿਓ, ਉਹਨੂੰ ਪਰਮੇਸ਼ਵਰ ਦੇ ਵਚਨ ਦੀ ਗੱਲਾਂ ਦੱਸੋ। ਇਹ ਪਾਲ ਕਾਉਲੀ ਜਿਹੜਾ ਹੈਗਾ ਉਹਦੇ ਬਾਰੇ ਦੱਸੋ, ਚੋਰ, ਕੈਦੀ, ਸਿਪਾਹੀ, ਉਸ ਤੋਂ ਬਾਅਦ ਕੀ ਹੈ? ਪਰਮੇਸ਼ਵਰ ਦਾ ਪ੍ਰੀਸਟ ਬਣ ਗਿਆ, ਪਰਮੇਸ਼ਵਰ ਦੇ ਕੰਮ ਬਣ ਗਿਆ, ਕਿਉਂਕਿ ਪਰਮੇਸ਼ਵਰ ਨੂੰ ਸਿਖਾਇਆ ਵੀ ਦੇਖ ਤੂੰ ਕਿੱਥੇ ਸੀਗਾ, ਤੂੰ ਕਿਹੜੇ ਕਿਹੜੇ ਕੰਮ ਕਰਦਾ ਸੀ, ਉਹ ਕੰਮ ਕਰਕੇ ਤੈਨੂੰ ਕੋਈ ਫਾਇਦਾ ਹੋਇਆ ਕਿ ਨੁਕਸਾਨ ਹੋਇਆ? ਨੁਕਸਾਨ ਹੀ ਹੁੰਦਾ ਹਮੇਸ਼ਾ। ਫਿਰ ਕੀ ਪਰਮੇਸ਼ਵਰ ਨੇ ਉਹਨੂੰ ਆਪਣਾ ਰਸਤਾ ਦਿਖਾਇਆ। ਹੁਣ ਮੈਂ ਤੁਹਾਨੂੰ ਇੱਕ ਹੋਰ ਇੰਨੀ ਬੜੀ ਚੀਜ਼ ਪਰਮੇਸ਼ਵਰ ਦੇ ਵਚਨ ਦੇ ਨਾਲ ਮਿਲਦੀ ਕੋਟ ਹੈਗੀ ਏ, ਮਨੀ ਸੇਜ਼ ਔਨ ਮੀ ਫੋਰਗੇਟ ਐਵਰੀਥਿੰਗ। ਪੈਸਾ ਕਹਿੰਦਾ ਹੈ ਸਿਰਫ ਮੈਨੂੰ ਕਮਾ ਲਾ, सब कुछ भूल जा, क्योंकि जे तेरे को पैसा होएगा तेरे को सब कुछ हो जाएगा। टाइम सेज फॉलो मी फॉरगेट एवरीथिंग। समय कहते जिमें समय चलता है तुम्हें उवें उवें चली चल, बाकी सब कुछ भूल जा। फ्यूचर सेज स्ट्रगल फॉर मी फॉरगेट एवरीथिंग। ਤੁਹਾਡਾ ਭਵਿष्य ਕਹਿੰਦਾ ਸਭ ਕੁਝ ਛੱਡ ਦੇ, ਪਹਿਲੇ ਆਪਣਾ ਭਵਿष्य ਬਣਾ ਲੈ, ਨਹੀਂ ਤਾਂ ਕੱਲ ਨੂੰ ਕੀ ਕਰੇਗਾ? ਜਦੋਂ ਤੇਰੀ ਸ਼ਾਦੀ ਹੋ ਜਾਏਗੀ ਕੀ ਕਰੇਗਾ? ਜਦੋਂ ਤੇਰੇ ਬੱਚੇ ਹੋ ਜਾਣਗੇ ਕੀ ਕਰੇਗਾ? ਜਦੋਂ ਤੇਰੇ ਆਪਣਾ ਬੁਢਾਪਾ ਆ ਜਾ ਕੀ ਕਰੇਗਾ? ਹਰ ਚੀਜ਼ ਕਹਿੰਦੀ ਹੈ ਸਭ ਕੁਝ ਛੋੜ ਦੇ ਮੇਰੇ ਪਿੱਛੇ ਹੋ ਜਾ। ਪੈਸਾ ਕਹਿੰਦਾ ਸਭ ਕੁਝ ਛੋੜ ਦੇ ਮੇਰੇ ਪਿੱਛੇ ਹੋ ਜਾ।
समय ਕਹਿੰਦਾ ਸਭ ਕੁਝ ਛੋੜ ਦੇ ਮੇਰੇ ਪਿੱਛੇ ਹੋ ਜਾ, ਫਿਊਚਰ ਕਹਿੰਦਾ ਸਭ ਕੁਝ ਛੋੜ ਦੇ ਮੇਰੇ ਪਿੱਛੇ ਹੋ ਜਾ। God simply says, just remember me and I will give you everything. ਜੇ ਪਰਮੇਸ਼ਵਰ ਦਾ ਲੜ ਫੜ ਲਾਂਗੇ ਤੇ ਤੁਹਾਡਾ ਸਮੇਂ ਵੀ ਅੱਛਾ ਹੋ ਜਾਏਗਾ, ਤੁਹਾਡਾ ਭਵਿੱਖ ਵੀ ਅੱਛਾ ਹੋ ਜਾਏਗਾ। ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਹੈ? ਪਰਮੇਸ਼ਵਰ ਆਪਣੇ ਚਾਹਣ ਵਾਲੇ ਨੂੰ, ਆਪਣੇ ਤਾਲਿਬਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ। ਇਸ ਕਰਕੇ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਨਾਲ ਜੋੜੀਏ। ਹੈਪੀ ਮੂਮੈਂਟਸ ਪ੍ਰੇਜ਼ ਗॉड। ਜੇ ਤੁਸੀਂ ਖੁਸ਼ ਹੈਗੇ ਹੋ ਤੇ ਪਰਮੇਸ਼ਵਰ ਦੀ ਆਰਾਧਨਾ ਕਰੋ। ਡਿਫਿਕਲਟ ਮੂਮੈਂਟਸ ਸੀਕ ਗॉड। ਜੇ ਤਕਲੀਫ ਵਿੱਚ ਹੈਗੇ ਹੋ ਤੇ ਪਰਮੇਸ਼ਵਰ ਨੂੰ ਲੱਭੋ। ਪੇਨਫੁਲ ਮੂਮੈਂਟਸ ਟਰਸਟ ਗॉड। ਜੇ ਤਕਲੀਫ ਵਿੱਚ ਹੈਗੇ ਹੋ ਤੇ ਪਰਮੇਸ਼ਵਰ ਤੇ ਭਰੋਸਾ ਰੱਖੋ। ਐਵਰੀ ਮੂਮੈਂਟ ਥੈਂਕ ਗॉड। ਹਰ ਹਾਲਾਤ ਦੀ ਪਰਮੇਸ਼ਵਰ ਦਾ ਸ਼ੁਕਰਾਨਾ ਕਰੋ। ਕਿਉਂ? ਕਿਉਂਕਿ ਪਰਮੇਸ਼ਵਰ ਹੀ is a compassionate God. He is a trustworthy God. He is a faithful God. And we are talking about Lord Jesus Christ. ਇਹ ਸਾਰੀ ਗੱਲਾਂ ਕਿੰਨੇ ਪੂਰਨ ਹੋਣਗੀਆਂ? ਪ੍ਰਭੂ ਯਿਸੂ ਮਸੀਹ ਚ। ਕਿਉਂ? ਕਿਉਂਕਿ ਉਹਨਾਂ ਨੇ ਕਿਹਾ I am the way, I am the truth, I am the life. You seek me and you will seek eternal life. You follow me, you will never stumble. Because I am the mighty one. Praise the Lord. ਥੈਂਕ ਯੂ ਫਾਦਰ। ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਫਾਦਰ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਦਿਨ ਵਾਸਤੇ, ਵਚਨ ਵਾਸਤੇ। ਮੇਰੇ ਪਿਤਾ ਪਰਮੇਸ਼ਵਰ ਮਦਦ ਕਰੋ, ਸਹਾਇਤਾ ਕਰੋ। ਜਿੱਥੇ ਜਿੱਥੇ ਸਾਨੂੰ ਬਦਲਾਵ ਦੀ ਲੋੜ ਹੈ, ਜਿੱਥੇ ਜਿੱਥੇ ਅਲਗਾਵ ਦੀ ਲੋੜ ਹੈ, ਅਸੀਂ ਤੁਹਾਡੇ ਵਚਨ ਤੇ ਤੁਹਾਡੇ ਮਾਰਗ ਨੂੰ ਸਮਝ ਸਕੀਏ। ਆਪਣੀ ਆਵਾਜ਼ ਨੂੰ ਸੁਣਨ ਦਾ ਤੇ ਸੁਣ ਕੇ ਮੰਨਣ ਦਾ ਸਾਰਿਆਂ ਤੇ ਫਜ਼ਲ ਬਖਸ਼ੋ, ਅਨੁਗ੍ਰਹ ਕਰੋ। ਜਿਹੜੇ ਤੁਹਾਡੇ ਬੱਚੇ ਜਿਸ ਜ਼ਰੂਰਤ 'ਚ ਹੈਗੇ ਆਪਣੇ ਭਰੇ ਖਜ਼ਾਨੇ 'ਚੋਂ ਹਰ ਤਰ੍ਹਾਂ ਦੀ ਜ਼ਰੂਰਤ ਪੂਰਿਆ ਕਰੋ ਫਾਦਰ। ਜਿਸ ਨੂੰ ਹੀਲਿੰਗ ਚਾਹੀਦੀ ਤੁਸੀਂ ਸ਼ਿਫਾ ਬਖਸ਼ੋ। ਤੁਸੀਂ ਸੰਪੂਰਨ ਪਰਮੇਸ਼ਵਰ ਹੋ। ਜਿਸ ਨੂੰ ਪੈਸੇ ਦੀ ਕਮੀ ਕਮਜ਼ੋਰੀ ਹੈ ਉਸ ਨੂੰ ਤੁਸੀਂ ਆਪਣੇ ਭਰੇ ਖਜ਼ਾਨੇ 'ਚੋਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੋ ਲਾਰਡ ਜੀਸਸ ਓ ਗॉड। ਜਿਸ ਨੂੰ ਇਨਸਾਨ ਬੱਚੇ ਦੀ ਜ਼ਰੂਰਤ ਹੈ ਫਾਦਰ, ਤੁਸੀਂ ਹੀ ਪਰਮੇਸ਼ਵਰ ਹੋ ਜੋ ਇੱਕ ਬਾਂਝ ਔਰਤ ਨੂੰ ਆਨੰਦਮਈ ਬਣਾਉਂਦੇ ਹੋ ਲਾਰਡ ਜੀਸਸ ਓ ਗॉड। ਤੁਸੀਂ ਆਲਮਾਈਟੀ ਗॉड ਹੋ, ਸਭ ਕੁਛ ਸ੍ਰਿਸ਼ਟੀ ਦੇ ਬਣਾਉਣ ਵਾਲੇ ਤੁਸੀਂ ਹੋ। ਸਭ ਦੇ ਵਾਸਤੇ ਹੈ ਪਿਤਾ ਪਰਮੇਸ਼ਵਰ ਸਭ ਤੋਂ ਵੱਧ ਕੇ ਤੁਹਾਡਾ ਆਨੰਦ, ਤੁਹਾਡੀ ਸ਼ਾਂਤੀ, ਤੁਹਾਡਾ ਪਿਆਰ ਔਰ ਤੁਹਾਡਾ ਅਨੰਤ ਜੀਵਨ ਮੰਗਦੇ ਹਾਂ। ਮਸੀਹ ਯੀਸ਼ੂ ਦਾ ਨਾਮ ਮੰਗਦੇ ਹਾਂ ਕਿ ਸਭ ਲੋਕ ਪ੍ਰਭੂ ਯੀਸ਼ੂ ਮਸੀਹ ਜੀ ਨੂੰ ਆਪਣੇ ਪਰਸਨਲ ਲਾਰਡ ਔਰ ਪਰਸਨਲ ਸੇਵੀਅਰ ਕਰਕੇ ਜਾਣ ਲੈਣ ਔਰ ਤੁਹਾਨੂੰ ਆਪਣੇ ਦਿਲਾਂ ਦੀ ਤਿਆਰੀ ਕਰਨ, ਦਿਲਾਂ ਨੂੰ ਖੋਲਣ ਤਾਂ ਕਿ ਤੁਸੀਂ ਸਭ ਦੇ ਦਿਲਾਂ ਵਿੱਚ ਵਿਰਾਜਮਾਨ ਹੋਵੋ ਔਰ ਸਾਰਿਆਂ ਦੀਆਂ ਜ਼ਿੰਦਗੀਆਂ ਬਦਲਣ। ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ ਆਮੀਨ।